ਜੀ ਸਾਡੇ ਵੇਖਣ ਤੇ ਸਾਡੇ ਸੁਣਨ ਵਾਲੇ ਵੀਰਾਂ ਨੂੰ अस्सलाम वालेकुम। ਸਾਡੇ ਚੈਨਲ ਦਾ ਨਾਮ ਹੈ ਵਸੀਮ 115M ਤੇ ਅੱਜ ਦੋਸਤੋ ਤੁਹਾਨੂੰ ਅਸੀਂ ਜਿਹੜਾ ਕਿ ਬੱਕਰੀਆਂ ਦੇ ਰੱਖਣ ਦਾ ਜਿਹੜਾ ਤਰੀਕਾਕਾਰ ਅਸੀਂ ਤੁਹਾਨੂੰ ਸਮਝਾਵਾਂਗੇ। ਤੇ ਸਭ ਤੋਂ ਜਿਹੜੀ ਕਿ ਮੇਨ ਚੀਜ਼ ਹੈਗੀ ਹੈ ਬੱਕਰੀਆਂ ਦੇ ਰੱਖਣ ਦੀ, ਤੇ ਸਭ ਤੋਂ ਪਹਿਲੇ ਕਿ ਇਹਨਾਂ ਦੀ ਜਿਹੜੀ ਜਗ੍ਹਾ ਹੋਣੀ ਚਾਹੀਦੀ ਆ, ਯਾਨੀ ਕਿ ਵਾੜਾ ਟੈਪ ਹੋਣਾ ਚਾਹੀਦੀ। ਜਿੰਨੀਆਂ ਤੁਹਾਡੇ ਕੋਲ ਬੱਕਰੀਆਂ ਵੇ, ਹੁਣ ਜਿੰਨੀਆਂ ਤੁਸੀਂ ਆ ਬੱਕਰੀਆਂ ਤੁਸੀਂ ਸਾਰੀਆਂ ਦੇਖਦੇ ਪਏ ਹੋ, ਇਹਨਾਂ ਵਾਸਤੇ ਕਾਫੀ ਸਾਰੀ ਜਿਹੜੀ ਕਿ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ। ਕਮ ਤੋਂ ਕਮ ਵੀ ਹੋਣੀ ਚਾਹੀਦੀ ਤੇ 2 ਮਰਲੇ ਤਾਂ ਲਾਜ਼ਮਨ ਹੋਣੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਉਹ 2 ਮਰਲਿਆਂ ਦੇ ਵਿੱਚ ਇੱਕ ਜਿਹੜਾ ਬਰਾਂਡਾ ਹੁੰਦਾ ਵਾ ਕਿ ਜਾਨਵਰ ਬਾਹਰ ਖੜਾ ਹੋਵੇ, ਬਾਰਿਸ਼ ਆ ਜਾਏ ਤੇ ਖੁਦ ਹੀ ਆਪਣਾ ਬਰਾਂਡੇ ਦੇ ਵਿੱਚ ਚਲਾ ਜਾਵੇ। ਬੱਕਰੀਆਂ ਦੇ ਵਿੱਚ ਖਾਸ ਕਰਕੇ ਕਿ ਜਿਹੜਾ ਸਾਨ ਬਰੀਡਿੰਗ ਹੁੰਦਾ ਵਾ ਬੱਕਰਾ, ਉਹ ਲਾਜ਼ਮਨ ਹੋਣਾ ਚਾਹੀਦਾ ਵਾ ਕਿ ਬੱਕਰੀ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਟਾਈਮ ਤੇ ਵੀ ਉਹਦਾ ਫਲਣ ਦਾ ਮੂਡ ਹੋਵੇ। ਤੇ ਲਿਆਦਾ ਫਿਰ ਜਦੋਂ ਬੱਕਰੀ ਇਸ ਤਰ੍ਹਾਂ ਬੋਲਦੀ ਆ, ਫਲਣ ਤੇ ਆਉਂਦੀ ਆ, ਉਦੋਂ ਫਿਰ ਜਦੋਂ ਬਰੀਡਿੰਗ ਨਾ ਹੋਵੇ ਤੇ ਉਦੋਂ ਉਹਦਾ ਟਾਈਮ ਲੰਘ ਜਾਂਦਾ ਵਾ। ਤੇ ਜਦੋਂ ਬੱਕਰੀ ਆਪਣਾ ਫਲ ਜਾਂਦੀ ਆ, ਗੱਭਣ ਹੋ ਜਾਂਦੀ ਆ, ਉਸ ਤੋਂ ਬਾਅਦ ਇਹ ਸ਼ਦੀਦ ਗਰਮੀ ਦੇ ਵਿੱਚ ਤੁਸੀਂ ਖਾਸ ਕਰਕੇ ਜਿਹੜਾ ਕਿ 60 ਸੀਸੀ ਜਿਹੜੀ ਹੈ ਕਿ ਤੇਲ ਦੀ, 60 ਸੀਸੀ ਜਿਹੜੀ ਹੈ ਕਿ ਦਹੀਂ ਦੀ ਤੇ ਅੱਧਾ ਚਮਚ ਚਾਵਲ ਵਾਲਾ ਉਹ ਹਲਦੀ ਦਾ ਮਿਕਸ ਕਰਕੇ ਅੱਛੇ ਤਰੀਕੇ ਦੇ ਨਾਲ ਤੇ ਤੁਸੀਂ ਉਸ ਬੱਕਰੀ ਨੂੰ ਤੁਸੀਂ ਬੁਲਾਓ। ਸਾਡਾ ਜਾਨਵਰ ਬੱਕਰੀ ਰੱਖਣ ਦਾ ਸਾਡਾ ਤਰੀਕਾਕਾਰ ਇਹ ਹੀ ਹੈ ਕਿ ਸਾਡਾ ਜੋ ਤੁਹਾਨੂੰ ਅਸੀਂ ਦੱਸ ਦਿੱਤਾ ਵਾ, ਇਨਸ਼ਾਅੱਲਾ ਅਸੀਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਪੇਸ਼ ਕਰ ਰਹੇ ਹਾਂ ਕਿ ਅਲਹਮਦੁਲਿਲਾ ਹਾਲੇ ਤੱਕ ਕਿ ਸਾਡੇ ਜਿਹੜੇ ਬੱਕਰੀ ਸਾਡੀ ਗੱਭਣ ਹੋ ਜਾਂਦੀ ਹੈ ਹਾਲੇ ਤੱਕ ਉਹ ਗਾਇਆ ਨਹੀਂ ਹੋਈ। ਤੇ ਦੂਸਰਾ ਇਹ ਕਿ ਇੰਨੇ ਜਾਨਵਰ ਜਿਹੜੇ ਕਿ ਮਾਸ਼ਾਅੱਲਾ ਸਾਹਮਣੇ ਕੋਈ ਮੁਸ਼ਕਲ ਨਹੀਂ ਹੈਗੇ, ਇਹਨਾਂ ਵਿੱਚ ਬੜਾ ਜਿਹਾ ਜ਼ਾਫੀ ਫਾਇਦਾ ਹੈ ਮਾਸ਼ਾਅੱਲਾ। ਤੇ ਇਹ ਦੋਸਤੋ ਤੁਸੀਂ ਖੁਦ ਤੁਸੀਂ ਦੇਖਦੇ ਪਏ ਹੋ ਕਿ ਮਾਸ਼ਾਅੱਲਾ ਕਿ ਸਾਡੇ ਕੋਲ ਥੋੜੇ ਜਿਹੇ ਜਾਨਵਰ ਸੀਗੇ, ਯਾਨੀ ਕਿ 10 ਜਾਨਵਰ ਸੀਗੇ। 10 ਜਾਨਵਰਾਂ ਤੋਂ ਬਾਅਦ ਸਾਡੇ 2 ਸਾਲਾਂ ਬਾਅਦ ਕਿੰਨੀ ਮਾਸ਼ਾਅੱਲਾ ਤੁਸੀਂ ਰੇਵੜ ਵੇਖਦੇ ਪਏ ਹੋ ਮਾਸ਼ਾਅੱਲਾ ਸਾਡੇ ਕੋਲ ਬੱਕਰੀਆਂ ਦਾ ਹੋ ਗਿਆ। ਤੇ ਕਈ ਦੋਸਤ ਭਰਾ ਇੰਨੇ ਕੁ ਪਰੇਸ਼ਾਨ ਹੋ ਜਾਂਦਾ। ਤੁਹਾਡੇ ਦੋਸਤਾਂ ਦੀ ਰਿਕੁਐਸਟ ਇਹ ਹੈਗੀ ਹੈ ਕਿ ਬੱਕਰੀ ਦਾ ਕਿਸੇ ਕਿਸਮ ਦਾ ਕੋਈ ਖਰਚਾ ਨਹੀਂ ਹੈਗਾ। ਤੇ ਮੇਰੇ ਵੀਰਾਂ ਭਰਾਵਾਂ ਦੀ ਇਹ ਰਿਕੁਐਸਟ ਹੈ ਕਿ ਜਦੋਂ ਤੁਸੀਂ ਇੰਨੀਆਂ ਬੱਕਰੀਆਂ ਰੱਖ ਕੇ ਤੁਸੀਂ ਆਪਣੀ ਜੇਬ 'ਚੋਂ ਸ਼ੌਕ ਨਾਲ ਤੇ ਤੁਸੀਂ ਖਰਚ ਕਰ ਸਕਦੇ ਹੋ, ਸ਼ੌਕ ਨਾਲ ਤੁਸੀਂ ਖਰਚ ਕਰ ਸਕਦੇ ਹੋ। ਬਾਕੀ ਇਹ ਅਨਮੋਲ ਜਾਨਵਰ ਹੈ, ਇਹਨੇ ਵਿਚਾਰੇ ਨੇ ਖਾਲਿਆ ਬੰਨਿਆਂ ਤੇ ਚਰ ਕੇ ਤੇ ਇਹਨਾਂ ਨੇ ਪੇਟ ਭਰ ਲੈਣਾ, ਠੀਕ ਹੈ। ਤੇ ਇਹਨਾਂ ਦੇ ਵਿੱਚੋਂ ਮਾਸ਼ਾਅੱਲਾ ਬਹੁਤ ਹੀ ਅਨਾਇਤ ਫਾਇਦਾ ਹੈ ਮਾਸ਼ਾਅੱਲਾ ਦੋਸਤੋ। ਕਿ ਜਿਵੇਂ ਤੁਸੀਂ ਹੁਣ ਕਈ ਦੋਸਤ ਭਰਾ ਨੇ ਵਿਚਾਰੇ ਪੜ੍ਹ ਲਿਖ ਕੇ ਕਿ ਜਿਵੇਂ ਕਿ 10 ਫਸੇ ਵਾਲਾ ਫੈਸਲ ਜ਼ਬੈਰ ਕੰਬੋ ਚਿਸ਼ਤੀਆਂ ਗੋਟ ਫਾਰਮ 16 ਕਲਾਸਾਂ ਮਾਸ਼ਾਅੱਲਾ ਫੈਸਲ ਜ਼ਬੈਰ ਚਿਸ਼ਤੀਆਂ ਗੋਟ ਫਾਰਮ ਉਹਨਾਂ ਨੇ ਮਾਸ਼ਾਅੱਲਾ ਪੜ੍ਹ ਕੇ ਤੇ ਆਪਣਾ ਬੱਕਰੀ ਦਾ ਹੀ ਜਿਹੜਾ ਕਿ ਕਾਰੋਬਾਰ ਕੀਤਾ। ਤੇ ਅੱਜ ਕੱਲ੍ਹ ਮਾਸ਼ਾਅੱਲਾ ਉਹਦਾ ਇੱਕ ਫਾਰਮ ਨਹੀਂ ਹੈਗਾ ਕਿ ਉਹਦੇ ਕਮ ਸੇ ਕਮ 5 ਤੋਂ 6 ਫਾਰਮ ਹੈਗੇ ਨੇ। ਤੇ ਉਹਨਾਂ ਨੇ ਮਾਸ਼ਾਅੱਲਾ ਇਹਨਾਂ ਦੇ ਵਿੱਚੋਂ ਹੀ ਜਿਹੜਾ ਕਿ ਤਕਰੀਬਨ ਜਿਹੜਾ ਹੈ ਕਿ 70 ਏਕੜ ਯਾਨੀ ਕਿ 70 ਕਿੱਲੇ ਤਕਰੀਬਨ ਉਹਨਾਂ ਦੇ ਕੋਲ ਪੈਲੀ ਹੈ ਕਿ ਜਿਨ੍ਹਾਂ ਦੇ ਵਿੱਚ ਲੂਸਣ ਹੀ ਜਿਹੜਾ ਕਿ ਇਹ ਬੱਕਰੀਆਂ ਦੇ ਵਾਸਤੇ ਰੱਖਿਆ ਹੋਇਆ ਗਾ। ਉਹਨਾਂ ਨੇ ਲੂਸਣ ਨੂੰ ਕਟਾਈ ਕਰਕੇ ਸੁਕਾ ਕੇ ਰੱਖ ਲੈਣਾ ਕਿ ਉਹ ਸਰਦੀ ਦੇ ਵਿੱਚ ਉਹਦਾ ਬੜਾ ਜਿਹਾ ਹੀ ਫਾਇਦਾ ਹੈ ਕਿ ਲੂਸਣ ਦਾ ਕਿ ਇਹਨਾਂ ਜਾਨਵਰਾਂ ਦਾ ਜਦੋਂ ਸਰਦੀ ਵਿੱਚ ਨਾ ਬੱਕਰੀਆਂ ਬਾਹਰ ਚਰਨ ਉਹ ਤਰੇਲ ਹੁੰਦੀ ਆ ਤੇ ਤੁਸੀਂ ਬਸ ਸੁੱਕੇ ਲੂਸਣ ਨੂੰ ਤੁਸੀਂ ਪਾਈ ਜਾਣਾ ਵਾ। ਤੇ ਇਹਨਾਂ ਦੇ ਵਾਸਤੇ ਜਿਹੜਾ ਹੈ ਕਿ ਇੱਕ ਹੋਰ ਖ਼ਾਸ ਗੱਲ ਤੁਹਾਨੂੰ ਦੱਸਦੇ ਜਾਂਦੇ ਆ ਕਿ ਜਦੋਂ ਬੱਕਰੀ ਨੂੰ ਤੁਸੀਂ ਆਪਣੇ ਕਾਰੋਬਾਰ ਤੋਂ ਆਏ ਹੋ, ਕੰਮ ਤੇ ਆਏ ਹੋ, ਤੇ ਤੁਸੀਂ ਲਾਜ਼ਮਨ ਬੱਕਰੀ ਨੂੰ ਖਾਸ ਕਰਕੇ ਗਹਿਰੀ ਨਜ਼ਰ ਨਾਲ ਲਾਜ਼ਮਨ ਦੇਖਣਾ ਕਿ ਸਾਡੀ ਬੱਕਰੀ ਨੂੰ ਕੋਈ ਨੁਕਸ ਤਾਂ ਨਹੀਂ, ਸਾਡੀ ਬੱਕਰੀ ਨੂੰ ਕੋਈ ਮਸਲਾ ਤਾਂ ਨਹੀਂ ਹੈਗਾ। ਇਹ ਖਾਸ ਕਰਕੇ ਜਿਹੜਾ ਕਿ ਬੱਕਰੀ ਦਾ ਜਿਹੜਾ ਮਸਲਾ ਮਸੈਲ ਜਿਹੜਾ ਹੁੰਦਾ ਵਾ ਇਹ ਤੁਸੀਂ ਖੁਦ ਨੋਟ ਕਰਨਾ ਵਾ ਕਿ ਸਾਡੀ ਬੱਕਰੀ ਅੱਜ ਗਾਲੀ ਨਹੀਂ ਕਰਦੀ ਵੀ ਹੋ ਸਕਦਾ ਹੈ ਕਿ ਇਹਨੂੰ ਕੋਈ ਮਸਲਾ ਹੋਵੇ। ਤੇ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਖਿਆਲ ਕਰਨਾ। ਜਿਹੜੇ ਵੀਰ ਭਰਾ ਇਸ ਚੀਜ਼ ਦਾ ਸ਼ੌਕ ਕਰਦੇ ਨੇ, ਇਹਦਾ ਦੁੱਖ ਦਾ, ਇਹਦਾ ਦਰਦ ਦਾ ਔਰ ਇਹਦੀ ਬਿਮਾਰੀ ਦਾ, ਜਿਸ ਬੰਦੇ ਨੇ ਖਿਆਲ ਕਰ ਲਿਆ ਉਹ ਬੰਦਾ ਇਸ ਕਾਰੋਬਾਰ ਦੇ ਵਿੱਚ ਕਾਮਯਾਬ ਹੋ ਜਾਏਗਾ। ਤੇ ਬਾਕੀ ਇੱਕ ਹੋਰ ਚੀਜ਼ ਆ, ਉਹ ਦੋਸਤ ਭਰਾ ਬਿਲਕੁਲ ਸ਼ੌਕ ਨਾ ਕਰੇ ਕਿ ਜਿਹੜਾ ਦੋਸਤ ਭਰਾ ਕਹਿੰਦਾ ਕਿ ਮੈਂ ਬਿਲਕੁਲ ਸਫੈਦ ਪੋਸ਼ ਹਾਂ ਤੇ ਮੈਂ ਇਹਨਾਂ ਬੱਕਰੀਆਂ ਦਾ ਕਾਰੋਬਾਰ ਕਰਨਾ, ਉਹ ਬਿਲਕੁਲ ਜਿਹੜਾ ਹੈ ਕਿ ਨਹੀਂ ਕਾਰੋਬਾਰ ਕਰ ਸਕਦਾ ਕਿਉਂਕਿ ਉਹਨੇ ਆਪਣਾ ਛੰਡਿਆ ਫੂਕਿਆ ਰਹਿਣਾ ਵੇ। ਤੇ ਛੰਡੇ ਫੂਕੇ ਨਾਲ ਖਾਸ ਕਰਕੇ ਬੱਕਰੀ ਫਾਰਮ ਦਾ ਇਹ ਕੰਮ ਨਹੀਂ ਹੋ ਸਕਦਾ, ਠੀਕ ਹੈ।